कि कर्म कांडा नाल मिल जाण, कि बाहर डंबर रच के मिल जावां, ਉਹਦੇ ਨਾਲ ਮਿਲਣਾ कि इस तन ਨੂੰ ਅੱਗ ਬਾਲੀਏ, ਅੱਗ ਦਾ ਚਮਾਸੇ ਦੇ ਕੋਲ ਬਹਿ ਜਾਈਏ ਕਿ ਤਨ ਨੂੰ ਸਾੜ ਦਈਏ ਅੱਗ ਨਾਲ, ਤੰਦੂਰ ਦੇ ਵਾਂਗ ਤਪਾ ਦਈਏ। ਤਨ ਤਪਾਏ ਤਨੂਰ ਜਿਉਂ ਬਾਲਣ ਹੱਟ ਬਲਨ, ਇਹ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਦੇਵਾਂ। ਬਾਬਾ ਫਰੀਦ ਕਹਿੰਦੇ, ਹੁਣ ਮਨ ਕੀ ਦੇਖਿਓ ਯਾਰ, ਬਾਬਾ ਫਰੀਦ ਕਹਿੰਦੇ ਇਸ ਸਰੀਰ ਨੂੰ ਨਾ ਮੈਂ ਤੰਦੂਰ ਜਿਵੇਂ ਤਪਦਾ ਹੁੰਦਾ ਨਾ ਉਹਦੇ ਵਾਂਗੂ ਤਪਾ ਦੇਵਾਂ, ਇੰਨੇ ਕਸ਼ਟ ਦੇਵਾਂ, ਇੰਨੇ ਦੁੱਖ ਦੇਵਾਂ ਸਰੀਰ ਨੂੰ। ਤਨ ਤਪਾਏ ਤਨੂਰ ਜਿਉਂ ਬਾਲਣ ਹੱਟ ਬਲਨ, ਲੱਕੜਾਂ ਨਾ ਬਾਲਣ, ਕਹਿੰਦੇ ਹੱਡੀਆਂ ਦਾ ਬਾਲਣ ਪਾਵਾਂ, ਇਸ ਸਰੀਰ ਰੂਪੀ ਤੰਦੂਰ ਨੂੰ ਇੰਨਾ ਤਪਾ ਦੇਵਾਂ, ਇੰਨਾ ਤਪ ਜਾਏ ਮੇਰਾ ਸਰੀਰ ਰੂਪੀ ਤੰਦੂਰ, ਇਹਦੇ ਵਿੱਚ ਆਪਣੀਆਂ ਸਰੀਰ ਦੀਆਂ ਹੱਡੀਆਂ ਦਾ ਬਾਲਣ ਪਾ ਦੇਵਾਂ। ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਣਾ, ਜੇ ਮੂੰਹ ਪਿਰੀ ਮਿਲਣ, ਕਹਿੰਦੇ ਜੇ ਮੈਂ ਪੈਰਾਂ ਦੇ ਨਾਲ ਤੁਰਦਾ ਹੋਇਆ ਥੱਕ ਜਾਵਾਂ ਨਾ, ਰੱਬ ਵੱਲ ਜਾਂਦੇ ਆ, ਮਾਲਕ ਦੇ ਰਾਹ ਤੇ ਤੁਰਦੇ ਆ, ਪੈਰੀ ਥੱਕਾਂ ਸਿਰ ਜੁਲਣਾ, ਕਹਿੰਦੇ ਸਿਰ ਭਾਰ ਹੋ ਕੇ ਤੁਰਨ ਲੱਗ ਜਾ, ਜੇ ਮੂੰਹ ਪਿਰੀ ਮਿਲਣ, ਜੇ ਕਿਤੇ ਮੇਰਾ ਪਿਰੀ ਪਿਆਰਾ ਮੈਨੂੰ ਮਿਲ ਜਾਏ। ਤੇ ਸਤਿਗੁਰੂ ਮਹਾਰਾਜ ਨੇ ਆਵਾਜ਼ ਦਿੱਤੀ, ਮੈਂ ਬੇਨਤੀ ਕੀਤੀ ਸੀ ਨਾ, 112 ਸ਼ਲੋਕ ਬਾਬੇ ਫਰੀਦ ਦੇ ਨੇ, 18 ਸ਼ਲੋਕ ਗੁਰੂਆਂ ਦੇ, ਉਹ ਜਿਹੜੇ ਸ਼ਲੋਕ ਨੇ ਉਹ ਵਿਸ਼ੇ ਨੂੰ ਸਪਸ਼ਟ ਕਰਨ ਵਾਸਤੇ ਉਚਾਰਨ ਕੀਤੇ ਹੋਏ। ਤੇ ਫਿਰ ਉੱਥੇ ਸਤਿਗੁਰਾਂ ਨੇ ਵਚਨ ਕੀਤਾ, ਫਰੀਦਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਹਰ, ਸਿਰ ਪੈਰੀ ਕਾ ਫੇੜਿਆ ਅੰਦਰ ਫਿਰੀ ਨਿਹਾਰ। ਕਹਿੰਦੇ ਸਿਰ ਤੇ ਪੈਰਾਂ ਨੇ ਕੀ ਵਿਗਾੜਿਆ, ਨਾ ਤਨ ਨੂੰ ਤੰਦੂਰ ਵਾਂਗੂ ਤਪਾ, ਨਾ ਕਸ਼ਟ ਦੇ ਇਸ ਸਰੀਰ ਨੂੰ, ਅੰਦਰ ਫਿਰੀ ਨਿਹਾਰ, ਆਪਣੇ ਅੰਦਰ ਪਿਆਰੇ ਨੂੰ ਦੇਖ ਲੈ। ਤੂੰ ਘਰ ਵਿੱਚ ਬੈਠਾ ਹੋਇਆ ਵੀ ਰੱਬ ਨਾਲ ਮਿਲ ਜਾਏਗਾ, ਤੂੰ ਘਰ ਵਿੱਚ ਬੈਠਾ ਹੋਇਆ ਵੀ ਮਾਲਕ ਨੂੰ ਇੱਕਮਿਕ ਹੋ ਜਾਏਗਾ। ਇਸੇ ਲਈ ਬਾਬਾ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜ ਹੈ, ਵਸੀ ਰੱਬ ਹਰਿਆਲੀ ਹੈ। ਜੰਗਲ ਕਿਆ ਢੂੰਡੇ, ਕੀ ਜੰਗਲ ਵਿੱਚ ਢੂੰਡਦਾ ਫਿਰਦਾ, ਉਹ ਤਾਂ ਤੇਰੇ ਅੰਦਰ ਵਸਦਾ, ਕਿੱਥੇ ਲੱਭਦਾ ਫਿਰਦਾ, ਉਹ ਤੇ ਅੰਦਰ ਹੈ, ਤੇਰੇ ਅੰਦਰ ਨਿਵਾਸ ਰੱਖਦਾ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਜੀਵਨ ਦੀ ਜੁਗਤ ਨੂੰ ਬਦਲਣਾ ਪੈਣਾ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲਿਖ, ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇ। ਜੇ ਤੂੰ ਅਕਲ ਲਤੀਫ, ਅਕਲ ਲਤੀਫ, ਲਤੀਫ ਦਾ ਬੜੀ ਬਰੀਕ ਅਕਲ ਵਾਲੇ, ਬੜੀ ਡੂੰਘੀ ਅਕਲ ਵਾਲੇ, ਸਿਆਣਪ ਵਾਲੇ, ਕਾਲੇ ਲਿਖ ਨਾ ਲਿਖ, ਫਿਰ ਦੂਜਿਆਂ ਦੇ ਅਵਗੁਣਾਂ ਵੱਲ ਨਾ ਦੇਖੀ, ਦੂਜਿਆਂ ਦੇ ਅਵਗੁਣ ਸਰੀਰਾਂ ਦੇ ਦੇਖ ਦੇਖ ਕੇ ਉਹਨਾਂ ਦੀ ਪੜਚੋਲ ਨਾ ਕਰਦਾ ਰਹੀ। ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਗਿਰਬਾਨ ਅੰਦਰ ਝਾਤੀ ਮਾਰ ਕੇ ਸਿਰ ਨੀਵਾਂ ਕਰਕੇ ਦੇਖ ਲਈ, ਜਿਹੜੇ ਅਵਗੁਣ ਦੂਜਿਆਂ ਵਿੱਚ ਦਿਸਦੇ ਪਏ, ਕਿਤੇ ਤੇਰੇ ਵਿੱਚ ਵੀ ਤਾਂ ਨਹੀਂ, ਕਿਤੇ ਤੇਰੇ ਵਿੱਚ ਵੀ ਤਾਂ ਨਹੀਂ। ਪਰ ਸਾਨੂੰ ਵੇਲ ਹੋਵੇ ਤੇ ਇਹੋ ਜਿਹੇ ਬਚਨ ਪੜ੍ਹੀ, ਸਾਡੇ ਕੋਲ ਸਮਾਂ ਹੀ ਨਹੀਂ। ਅਸੀਂ ਖੰਡ ਪਾਠ ਵੀ ਰਖਾਏ, ਕੋਈ ਸਬਜ਼ੀ ਖਰੀਦਣ ਚਲਾ ਗਿਆ, ਕੋਈ ਕੈਟਰਿੰਗ ਵਾਲੇ ਦੇ ਭਾਂਡੇ ਲੈਣ ਚਲਾ ਗਿਆ, ਸਾਰਾ ਪਰਿਵਾਰ ਇੱਧਰ ਉੱਧਰ ਰੁੱਝਿਆ। ਬਾਬਾ ਜੀ ਅੰਦਰ ਪਾਠ ਕਰ ਰਹੇ, ਨਾ ਕੋਈ ਲਾਗੇ ਬੈਠਣ ਵਾਲਾ, ਨਾ ਕੋਈ ਸੁਣਨ ਵਾਲਾ। ਕੌਣ ਸੁਣੂ ਬਾਬੇ ਫਰੀਦ ਦੇ ਸ਼ਲੋਕਾਂ ਨੂੰ? ਪੁਰਾਤਨ ਬਜ਼ੁਰਗ ਜਦੋਂ ਬਾਬਾ ਫਰੀਦ ਦੇ, ਬਾਬਾ ਕਬੀਰ ਦੇ ਸ਼ਲੋਕ ਆਉਂਦੇ ਸੀ, ਉੱਚੀ ਆਵਾਜ਼ ਵਿੱਚ ਸਪੀਕਰ ਲਗਾ ਦੇਣ, ਹਲ ਵਾਹੁੰਦੇ ਜ਼ਿਮੀਦਾਰ ਵੀ ਸੁਣ ਲੈਂਦੇ ਸੀ, ਕੰਮ ਕਾਰ ਕਰਦੇ ਵੀ ਸੁਣ ਲੈਂਦੇ ਸੀ। ਫਰੀਦ ਸੀ ਉਹਨਾਂ ਨਾਲ ਬਾਣੀ, ਅਡੰਬਰ ਨਹੀਂ ਸਨ, ਦਿਖਾਵੇ ਨਹੀਂ ਸਨ। ਸਾਡੇ ਜੀਵਨ ਵਿੱਚ ਦਿਖਾਵੇ, ਸਾਡੇ ਜੀਵਨ ਵਿੱਚ ਅਡੰਬਰ ਆ ਗਏ। ਬਾਬਾ ਫਰੀਦ ਸਾਹਿਬ ਕਹਿੰਦੇ ਨਹੀਂ, ਇਹਦੇ ਨਾਲ ਤੇਰੀ ਗੱਲ ਨਹੀਂ ਬਣਦੀ। ਬਾਬੇ ਨੇ ਤੇ ਬਚਨ ਕੀਤੇ ਨੇ, ਕੌਣ ਸੋ ਵੇਸੀ ਹੋ ਕਰੀ ਜਿਤਵਾ ਸਾਵੇ ਕਰ, ਕਿਹੜਾ ਵੇਸ਼ ਧਾਰਨ ਕਰ, ਤੂੰ ਬਸ ਵਿੱਚ ਆ। ਅੱਜ ਤੁਸੀਂ ਦੇਖੋ, ਆ ਸੰਸਾਰ ਅੰਦਰ ਧਿਆਨ ਮਾਰ ਕੇ ਦੇਖੋ, ਦਰਮਿਆਨੀ ਗੱਲ ਆ ਗਈ। ਅੱਜ ਜਿੰਨੇ ਕੇਸ ਕੋਰਟ ਦੇ ਵਿੱਚ ਡਿਵੋਰਸ ਦੇ ਨੇ, ਪ੍ਰਾਪਰਟੀ ਦੇ ਨੇ, ਹੋਰ ਕਿਸੇ ਚੀਜ਼ ਦੇ ਨਹੀਂ ਹੋਣੇ। ਬਾਬਾ ਫਰੀਦ ਸਾਹਿਬ ਜਿਹੜੇ ਬਚਨ ਕਰਦੇ ਨੇ, ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਹੇ ਮਨੁੱਖ,
जे किते तू गुण धारण कर लेना, वो पहला वचन करते हैं, कहते कवन सो अखर कवन गुण, कवन सो मणिया मंत, कवन सो वेसो हों करी जितवा सावी कंठ। केड़ा गुण धारण कर, केड़ा अखर धारण कर, केड़ा वेश धारण कर, कंठ परमेश्वर वस में आ जाए। ते बाबा फरीद साहब कहते ने निमर सो अखर, निमरता चाहिए, खवन गुण सहारन का गुण आ जाए, किसी की गल सहारना किवें। गुरु अमरदास जी ने बीबी भानी नूं पुत्री नूं 3 भव्यां की माला बख्शिश कर दी। भला है, सब कुछ भला है, भुली जी भला है, भाना है, 3 भव्यां की माला से। फरीद साहब कहते जे कि निमना आ जाए, निमरता आ जाए, खवन गुण सहारना आ जाए किसी की गल नूं, जेबा मणिया मंत जीव ते मिठास आ जाए, कौड़ा ना बोलिया जाए। ये त्रै भैणे वेश कर तां वस आवी कंठ, फिर किथे डिवोर्स, फिर किथे होएगा तलाक, जे गुण आ गए रूहानियत दे। किन्नियां सेधां ने गुरबाणी विच, किन्ने बचन सुंदर बख्शिश कीते बाबे फरीद साहब। जीवन सवारा जाओ, मैं जिन्ना को पढ़ता वो कहते सन जड़ी बीबी आ शब्द हजारियां का पाठ कर रहे हैं, वह कदे तलाक नहीं हो सकता। ख्याल करो, क्योंकि वो सुहागन के लक्षण से गए। तो बाबे फरीद ने भी वही करके असीं की करते हैं, साडे जीवन की धारा वखरी है। असीं कहते साडे बस की गल नहीं जी, ये कुछ कर सके। हुण जिन्ना चिर मेरा वर्गा बंदा अपने आप को शंगारता रहिंदा, हुण तक तुरिया नहीं जाता, दंद जवाब दे के सब कुछ शरीर जवाब दे दिंदा, ये फिर काले रंग का बुछ पड़ के फिर अपने आप को काला कर दिया, फिर काला जवान में मैनू किते शीशे च मैनू अपने चिट्टे केस ना नजर आए। हाँ, मैनू कभी अपने तो वड्डियां औरतां बंदे कहते अंकल जी इधर आए, मैं पूछता हूँ तुहाडी उम्र कितनी, कहते जी नहीं, मैं तेरे तो मैं छोटा। बोलो सतनाम। एक बाबा फरीद ने देखो की गल कही, उन्होंने वचन मैं अपने को कुछ नहीं कहना। बाबा फरीद साहब कहते ने एक शर्त है मेरी परमेश्वर नाल, फरीदा जोबन जांदा ना डर, कहते मेरा जोबन चला जाए, मेरी जवानी चली जाए, मैनू कोई डर नहीं, मेरे अंदर कोई घबराहट नहीं, मेरा जोबन जाता है, मेरी जवानी जाती है, कहते चली जाए, मैनू कोई घबराहट नहीं, मैनू कोई डर नहीं। फरीदा जोबन जाता है ना डर, डर किस गल का है, जे सौ प्रीत ना जाए, मेरी उस परमात्मा नालों प्रीत ना चली जाए, बस मैनू डर आओ, खतरा आओ, जोबन जाता, जवानी जाती, चली जाए, कोई घबराहट नहीं, कोई डर नहीं। पर सब कहते ने जे सब प्रीत न जाए, पूछिए बाबा फरीद जी आशा क्यों, कहने लगे कितनी जोबन प्रीत बिन सुख का एक मलाए, कहते पता नहीं जीवन रूपी जोबन इस संसार अंदर किन्ने आए, किन्ने संसार में जीवन आए, कितनी जोबन प्रीत बिन, प्रभु की प्रीत तो बिना वो सड़ गए, सुख गए, कमला गए, जीवन हार के चले गए। बाबा फरीद साहब कहते चल देखो बंदा चले हथों जनिया के कन, ना प्यारे भाइयों अगे दिता बंद, मलक मौत हाव ने सब दरवाजे भन, मौत ने तो सारे दरवाजे भन के आ जाना। तो जे मौत आने तो पहला बाबा फरीद साहब कहते ने हे मनुख अपना जीवन रूपी बेड़ा बन ला, बेड़ा बंध न सके, बंधन की बेला पर सरवर जब उछरे तब तरन दोहेला, हाथ न लाए कुसंबड़े जल जासी ढोला, एक आपी न पतली सैके बोला तुदा थली ना आवे फिर होए न मेला, कहे फरीद सोहेलियो सौ अलाइसी हंस चलसी डुमना ए तन ढेरी थी सी। हंस बेचारा दुजित्ती टुटिया होया तुर पैंदा, ये तन मिट्टी की ढेरी बन जाना। कल जब इतों गए ना तो मेरे नाल जो साथी कहन लगे
ਅੱਜ ਤੇ ਤੁਸੀਂ ਕਬੀਰ ਸਾਹਿਬ ਦਾ ਸਾਰਾ ਸੁਣਾ ਦਿੱਤਾ ਤੇ ਮੇਰੇ ਨਾਲ ਦਾ ਸਾਥੀ मैं भी गूगल पे नहीं कुछ भी नहीं सुना के आया बड़ा कुछ बाकी समा हो गया बाबे फरीद के बचन नहीं मुके बाबा फरीद के बचन अगे फरीदा गली सो सकन भी एक तो मिली ना लगा तो खाजो मिली कारण ते ना मां भी सो समा समाप्त है इन्ने कुछ शब्द तुसी प्रवान करने आओ सारी संगत कृपा करो आप गुरमंत्र का अभ्यास करिए सारे जपियो कोई रसना खानी ना रहे सारे सतगुरां की कृपा उस परमेश्वर की रहमत होगी उस मालिक की बख्शिश होगी आप ओदी कृपा ओदी बख्शिश लैनी है इसलिए गुरमंत्र का अभ्यास करके समाप्ति करनी फिर कितने समा सच्चे का सच्चा ढूआ बनया तो फिर समा मिलया